Hello students, today we are discussing chemical properties. So ਜਿਹੜੇ ਕਹਿੰਦੇ alkyl are one of the most active class of organic compound ਆ ਇਹ ਬਹੁਤ ਸਾਰੇ ਕੰਪਾਊਂਡ ਦੀ ਸਿੰਥੇਸਿਸ ਲਈ ਯੂਜ਼ ਹੁੰਦੇ ਆ ਕਿਹਦੇ ਥਰੂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਐਲੀਮੀਨੇਸ਼ਨ ਐਂਡ ਰਿਡਕਸ਼ਨ ਐਂਡ ਫਾਰਮੇਸ਼ਨ ਆਫ ਵਿਗਨੈਟ ਕਿਹੜੀ ਕੈਮੀਕਲ ਰਿਐਕਸ਼ਨ ਦਿੰਦੇ ਆ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਐਲੀਮੀਨੇਸ਼ਨ reduction and the formation of vignette. Naturally, therefore, they are regarded as one of the most synthetic reagent in the organic chemistry. So, first of all, we are discussing nucleophilic substitution reaction, that is SN reaction. We know that ਦੋ ਤਰ੍ਹਾਂ ਦੀ reactions ਹੁੰਦੀਆਂ ਨੇ ਕਿਹੜੀ SN1 and SN2 reactions. So, alkyl halide ਇੱਕ sigma bond ਹੁੰਦਾ ਹੈ, sigma bond between sp3 hybridized carbon and a halogen atom. The hydrogen atom is more electronegative or ਜਿਹੜਾ ਹੈਲੋਜਨ ਐਟਮ ਹੁੰਦਾ ਉਹਦੇ ਪਰ ਨੈਗੇਟਿਵ ਚਾਰਜ ਕਿਉਂਕਿ ਉਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦਾ ਐਂਡ ਦਾ ਕਾਰਬਨ ਐਟਮ ਕਿਆ ਹੁੰਦਾ ਇਲੈਕਟ੍ਰੋ ਪੋਜ਼ਿਟਿਵ ਇਨ ਨੇਚਰ ਦੇਅਰਫੋਰ ਕਾਰਬਨ ਹੈਲੋਜਨ ਬੌਂਡ ਇਜ਼ ਪਾਰਸ਼ਲੀ ਪੋਲਰਾਈਜ਼ ਇਸ ਕਰਕੇ ਪਾਰਸ਼ਲੀ ਪੋਲਰਾਈਜ਼ ਹੁੰਦਾ ਪੋਲਰਾਈਜ਼ ਦਾ ਮਤਲਬ ਜਿਹਦੇ ਪਰ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਆ ਜਾਂਦੇ ਆ ਠੀਕ ਹੈ ਦ ਕਾਰਬਨ ਇਕੁਆਇਰਿੰਗ ਸਮਾਲ ਪੋਜ਼ਿਟਿਵ ਚਾਰਜ ਐਂਡ ਦ ਹੈਲੋਜਨ ਗੈਟਿੰਗ ਅ ਨੈਗੇਟਿਵ ਚਾਰਜ ਠੀਕ ਹੈ ਦ ਪੋਲਰਾਈਜ਼ ਜਿਹੜਾ ਪੋਜ਼ਿਟਿਵ ਪੋਲਰਾਈਜ਼ ਕਾਰਬਨ ਹੈ ਉਹਦੇ ਪਰ ਕੋਈ ਵੀ ਨਿਊਕਲੀਓਫਾਈਲ ਉਹ ਸਬਸਟੈਂਸ ਹੁੰਦੇ ਨੇ ਜਿਹੜੇ ਕਿ ਕਿਆ ਹੁੰਦੇ ਨੇ ਇਲੈਕਟ੍ਰੋਨ ਰਿਚ ਸਪੀਸੀਜ਼ ਹੁੰਦੀਆਂ ਨੇ ਜਿਹਨਾਂ ਪਰ ਨੈਗੇਟਿਵ ਚਾਰਜ ਨੇ ਕੋਈ ਜ਼ਿਆਦਾ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਨੇ ਜਿਹਦੇ ਕੋਈ ਜ਼ਿਆਦਾ ਨੰਬਰ ਆਫ ਇਲੈਕਟ੍ਰੋਨਸ ਉਹ ਕਿਹਦੇ 'ਤੇ ਜਾ ਕੇ ਅਟੈਕ ਕਰਨਗੇ ਪੋਜ਼ਿਟਿਵ ਵਾਲੇ ਪਾਰਟ ਪਰ ਜਿਹਦੇ ਕੋਲ ਇਲੈਕਟ੍ਰੋਨ ਘੱਟ ਆ ਸੋ ਕਹਿੰਦੇ ਜਿਹੜਾ ਪੋਜ਼ਿਟਿਵ ਪੋਲਰਾਈਜ਼ ਕਾਰਬਨ ਹੈ ਉਹਦੇ ਪਰ ਕੌਣ ਜ਼ਿਆਦਾ ਈਜ਼ੀਲੀ ਅਟੈਕ ਕਰ ਲੈਂਦਾ ਨਿਊਕਲੀਓਫਿਲਿਕ ਰੇਜੈਂਟ ਵੈਨ ਅਲਕਾਈਲ ਹੈਲਾਈਡ ਇਜ਼ ਟ੍ਰੀਟਡ ਵਿਦ ਅ ਸਟਰੋਂਗ ਨਿਊਕਲੀਓਫਾਈਲਿਕ ਏਜੈਂਟ ਦਾ ਹੈਲੋਜਨ ਇਜ਼ ਰੇਡਲੀ ਡਿਸਪਲੇਸਡ ਹੈਲੋਜਨ ਕਿਆ ਹੋ ਜਾਂਦਾ ਹੈ ਉਹ ਬਾਹਰ ਨਿਕਲ ਜਾਂਦਾ ਹੈ ਅਤੇ ਜਿਹੜਾ ਨਿਊਕਲੀਓਫਾਈਲ ਅਟੈਕ ਕਰਦਾ ਉਹਦੀ ਜਗ੍ਹਾ ਕੌਣ ਲੱਗ ਜਾਂਦਾ ਹਾਈਡਰੋਜਨ ਦਾ ਕੌਣ ਲੱਗ ਜਾਂਦਾ ਨਿਊਕਲੀਓਫਾਈਲ order of reactivity with respect to the halogen ठीक है strength of the carbon halogen bond is different alkyl halide and therefore reactivity of alkyl depend upon the nature of halogen ਜਿਹੜੀ strength ਆ carbon halogen bond ਦੀ ਉਹ ਵੀ different ਹੈ alkyl halide ਦੀ ਇਸ ਕਰਕੇ ਜਿਹੜੀ ਉਹਦੀ reactivity alkyl halide ਦੀ ਪਰ depend ਕਰਦੀ ਆ sorry ਕਿਹਦੇ ਪਰ ਡਿਪੈਂਡ ਕਰਦੀ ਹੈ ਨੇਚਰ ਆਫ ਹੈਲੋਜਨ ਐਟਮ ਦੇ ਇਟ ਇਜ਼ ਫਾਊਂਡ ਦੈਟ ਦ ਕਾਰਬਨ ਹੈਲੋਜਨ ਬੌਂਡ ਸਭ ਤੋਂ ਜ਼ਿਆਦਾ ਕਿਹਦੀ ਹੁੰਦੀ ਕਾਰਬਨ ਫਲੋਰੀਨ ਦੀ ਫਿਰ ਕਾਰਬਨ ਫਲੋਰੀਨ ਦੀ ਕਾਰਬਨ ਬ੍ਰੋਮੀਨ ਦੀ ਕਾਰਬਨ ਆਇਓਡੀਨ ਕਿਉਂ ਹੁੰਦੀ ਕਾਰਬਨ ਫਲੋਰੀਨ ਦੀ ਜ਼ਿਆਦਾ ਕਿਉਂਕਿ ਕਾਰਬਨ ਤੇ ਫਲੋਰੀਨ ਦਾ ਜਿਹੜਾ ਐਟੋਮਿਕ ਸਾਈਜ਼ ਨਾਲ ਆਲਮੋਸਟ ਸੇਮ ਹੁੰਦਾ ਹੈ ਫਲੋਰੀਨ ਦਾ ਸਾਈਜ਼ ਵੱਧ ਜਾਂਦਾ ਉਸ ਤੋਂ ਫਿਰ ਬ੍ਰੋਮੀਨ ਦਾ ਹੋਰ ਜ਼ਿਆਦਾ ਆਇਓਡੀਨ ਦਾ ਕਿਆ ਹੁੰਦਾ ਸਭ ਤੋਂ ਸੌਰੀ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਦੇਖੋ ਆਪਾਂ ਫਸਟ ਆਫ ਆਲ ਆਪਣੀ ਫਸਟ ਐਕਸ਼ਨ ਦਾ ਰਿਸਪਲੇਸਮੈਂਟ ਆਫ ਹੈਲੋਜਨ ਬਾਏ ਦਾ ਹਾਈਡਰੋਕਸੀ ਗਰੁੱਪ ਫਾਰਮੇਸ਼ਨ ਆਫ ਅਲਕੋਹਲ ਜਦੋਂ ਕਹਿੰਦੇ ਜਿਹੜਾ ਹਾਈਡਰੋਕਸੀ ਗਰੁੱਪ ਆ ਸੌਰੀ ਜਿਹੜਾ ਆਪਣੇ ਕੋਲ ਹੈਲੋਜਨ ਆ ਉਹਨੂੰ ਹਾਈਡਰੋਕਸੀ ਗਰੁੱਪ ਨਾਲ ਰਿਪਲੇਸ ਕਰਨਾ OH ਗਰੁੱਪ ਹਾਈਡਰੋਕਸੀ ਗਰੁੱਪ OH ਗਰੁੱਪ ਸੋ ਐਕਸ ਨੂੰ ਜਦੋਂ ਹਟਾ ਕੇ ਉਹਦੇ OH ਲਗਾਤਾ ਕਿਆ ਬਣ ਗਿਆ ROH ਕਿਹਦਾ ਫਾਰਮੂਲਾ ਅਲਕੋਹਲ ਦਾ ਕਿਹਦੀ ਫਾਰਮੇਸ਼ਨ ਹੋਊਗੀ ਅਲਕੋਹਲ ਦੀ ਉਹ ਕਹਿੰਦੇ ਕਿ ਜਦੋਂ ਤੁਸੀਂ ਵੈਨ ਟ੍ਰੀਟਡ ਵਿਦ ਦਾ ਐਕੁਆ ਸੋਲਿਊਸ਼ਨ ਆਫ ਪੋਟਾਸ਼ੀਅਮ ਹਾਈਡਰੋਕਸਾਈਡ ਔਰ ਸੋਡੀਅਮ ਹਾਈਡਰੋਕਸਾਈਡ ਔਰ ਦਾ ਮੋਇਸਟ ਸਿਲਵਰ ਆਕਸਾਈਡ ਤੁਸੀਂ ਕਿਆ ਲੈਣਾ ਤੁਸੀਂ ਅਲਕਾਈਲ ਹਾਲਾਈਡ ਲੈਣਾ ਕਹਿੰਦੇ ਉਹਨੂੰ ਐਕਵਸ ਪੋਟਾਸ਼ੀਅਮ ਹਾਈਡਰੋਕਸਾਈਡ ਦਾ ਐਕਵਸ ਸੋਲਿਊਸ਼ਨ ਦਾ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਜਾਂ ਮੋਇਸਟ ਸਿਲਵਰ ਆਕਸਾਈਡ ਦੇ ਨਾਲ ਰਿਐਕਟ ਕਰਨਾ ਹੈ ਜਿਹੜਾ OH ਜਿਹੜਾ ਐਕਸ ਵਾਲਾ ਗਰੁੱਪ ਹੈ ਹੈਲੋਜਨ ਗਰੁੱਪ ਆ ਉਹਨੂੰ ਕੌਣ ਰਿਪਲੇਸ ਕਰ ਦੇਗਾ OH ਗਰੁੱਪ ਤੇ ਆਪਣੇ ਕੋਲ ਕਿਆ ROH ਔਰ X ਕਿਆ ਹੋ ਜਾਏਗਾ ਆਪਣੇ ਕੋਲ ਰਿਮੂਵ ਹੋ ਜਾਏਗਾ ਫॉर एग्जांपल वी हैव इथाइल आयोडाइड ਤਾਂ ਆਪਾਂ ਨੇ KOH ਦਾ ਐਕਵਸ ਸੋਲਿਊਸ਼ਨ ਲਿੱਤਾ अपने को फॉर्मेशन होगी इथाइल अल्कोहल दी तो पोटाशियम आयोडाइड क्या हो गया रिमूव हो गया सेकंड एक्शन है रिप्लेसमेंट ऑफ एल्कोक्सी ग्रुप फॉर्मेशन ऑफ एस्टर एल्कोक्सी ग्रुप केड़ा ग्रुप होंदा OR डैश ग्रुप OR ग्रुप जो एक्स ਨੂੰ हटा के आप ROR लगा देंगे तो क्या बन जाएगा एस्टर बन जाएगा ਸੋ ਇਹਨੂੰ ਆਪਾਂ ਵਿਲੀਅਮਸਨ ਸਿੰਥੇਸਿਸ ਵੀ ਕਹਿੰਦੇ ਆ ਠੀਕ ਹੈ ਸੋ ਜਿਹੜੀ ਐਸਟਰ ਦੇ ਪ੍ਰੈਪਰੇਸ਼ਨ ਲਈ ਬਹੁਤ ਇੰਪੋਰਟੈਂਟ ਹੈ ਯੂਜ਼ਫੁਲ ਮੈਥਡ ਹੈ RX ਤਾਂ ਆਪਾਂ ਨੇ OR ਡੈਸ਼ ਨਾਲ ਰਿਐਕਟ ਕੀਤਾ ਤਾਂ ਆਪਣੇ ਕੋਲ ਫਾਰਮੇਸ਼ਨ ਹੋ ਗਈ ਈਥਰ ਦੀ ਆਪਣੇ ਕੋਲ ਹੈਲੋਜਨ ਕਿਆ ਹੋ ਗਿਆ ਰਿਮੂਵ ਫॉर एग्जांपल ਵੀ ਹੈਵ ਆ ਇਥਾਈਲ ਬ੍ਰੋਮਾਈਡ ਉਹਨੂੰ ਸੋਡੀਅਮ ਇਥੋਕਸਾਈਡ ਦੇਣਾ C2H5ONA ਸੋਡੀਅਮ ਸਾਲਟ ਆਫ ਕੋਈ ਵੀ ਆਪਾਂ ਐਸਿਡ ਲੈ ਸਕਦੇ ਹਾਂ ਠੀਕ ਹੈ ਸੋਡੀਅਮ ਐਲਕੋਕਸਾਈਡ ਲੈ ਸਕਦੇ ਹਾਂ ਪੋਟਾਸ਼ੀਅਮ ਐਲਕੋਕਸਾਈਡ ਇਥੋਕਸਾਈਡ ਲੈ ਸਕਦੇ ਹਾਂ ਠੀਕ ਹੈ ਜਦੋਂ ਤੁਸੀਂ ਇਹਨਾਂ ਨੂੰ ਰਿਐਕਟ ਕੀਤਾ ਤਾਂ C2H5Br ਰਿਮੂਵ ਹੋ ਜਾਣਾ ਠੀਕ ਹੈ ਸੌਰੀ C2H5 ਦੇ ਨਾਲ C2H5 ਲੱਗ ਜਾਣਾ ਆਹ ਗਰੁੱਪ ਇਹਦੇ ਨਾਲ ਆ ਜਾਣਾ NA ਕੀ Br ਦੇ ਨਾਲ ਕਿਆ ਹੋਣਾ ਰਿਮੂਵ ਹੋ ਜਾਣਾ ਉਸ ਤੋਂ ਬਾਅਦ ਰਿਪਲੇਸਮੈਂਟ ਆਫ ਹੈਲੋਜਨ ਬਾਈ ਸਾਇਨੋਗ੍ਰੈਫੀ ਫਾਰਮੇਸ਼ਨ ਆਫ ਸਾਈਨਾਈਡ ਔਰ ਨਾਈਟਰਾਈਜ਼ ਕਹਿੰਦੇ ਜਦੋਂ ਆਪਾਂ RX ਨੂੰ ਕਿਸੇ ਸਾਈਨਾਈਡ ਗਰੁੱਪ ਦੇ ਨਾਲ ਜਿਹੜੇ ਵੀ ਕੰਪਾਊਂਡ ਵਿੱਚ ਸਾਈਨਾਈਡ ਹੋਊਗਾ ਉਹਦੇ ਨਾਲ ਅਗਰ ਤੁਸੀਂ ਰਿਐਕਟ ਕਰੋਗੇ ਆਪਣੇ ਕੋਲ ਅਲਕਾਈਲ ਸਾਈਨਾਈਡ ਬਣੇਗਾ ਹੈਲੋਜਨ ਕਿਆ ਹੋ ਜਾਏਗਾ ਆਪਣਾ ਰਿਮੂਵ ਹੋ ਜਾਏਗਾ
ठीक है जी। सो वी हैव मिथाइल आइडाइड पर पोटाशियम साइनाइड ਦੇ ਨਾਲ ਰਿਐਕਟ ਕੀਤਾ, ਮਿਥਾइल साइनाइड बन गया, पोटाशियम आइडाइड क्या हो गया, रिमूव हो गया। हाइड्रोक्सिल ऑफ साइनाइड themselves yield amide and carboxylic acid depending upon the reaction condition। ਜਿਹੜਾ ਸਾइनाइड ਬਣਿਆ ਉਹਦੀ ਅੱਗੇ ਤੁਸੀਂ ਅਗਰ ਹਾਈਡਰੋਲਿਸਿਸ ਕਰੋਗੇ ਤਾਂ ਆਪਣੇ ਕੋਲ ਫਾਰਮੇਸ਼ਨ ਹੋਏਗੀ ਅਮਾਈਡ ਦੀ ਔਰ ਕਾਰਬੋਕਸਿਲਿਕ ਐਸਿਡ ਦੀ। ਮਿਥਾइल साइनाइड ਨੂੰ ਜਦੋਂ ਤੁਸੀਂ ਉਹਦੀ ਹਾਈਡਰੋਲਿਸ਼ਨ H2O ਨਾਲ ਰਿਐਕਟ ਕਰੋਗੇ, ਵਾਟਰ ਨਾਲ ਰਿਐਕਟ ਕਰੋਗੇ ਇਨ ਦ ਪ੍ਰੈਜ਼ੈਂਸ ਆਫ ਐਲਕਲਾਈਨ हाइड्रोजन परऑक्साइड, तो अपने को फॉर्मेशन हो जाएगी एक्टा अमाइड। अमाइड ग्रुप बन गया, पार्शली हाइड्रोलाइज यानी कि तो कुछ एक्सटेंट पे हाइड्रोलाइज करना है। अगर फुली हाइड्रोलाइज कंप्लीटली हाइड्रोलाइज करूँगे तो किसी फॉर्मेशन हो जाएगी एसिटिक एसिड की। दिस रिएक्शन इज नोन एज मैंडिस रिडक्शन। ठीक है, वो कहते रिडक्शन ऑफ साइनाइड इंटू प्राइमरी अमीन। ਤੁਸੀਂ ਸਾइनाइड ग्रुप ਨੂੰ ਅਗਰ ਤੁਸੀਂ ਇਹਦੀ ਰਿਡਕਸ਼ਨ ਕਰੋਗੇ, ਰਿਡਕਸ਼ਨ ਦਾ ਮਤਲਬ ਕਹਿੰਦਾ ਐਡੀਸ਼ਨ ਆਫ ਹਾਈਡਰੋਜਨ ਜਾਂ ਰਿਮੂਵਲ ਆਫ ਆਕਸੀਜਨ ਇਨ ਦ ਪ੍ਰੈਜ਼ੈਂਸ ਆਫ ਸੋਡੀਅਮ ਔਰ C2H5OH ਦੀ ਪ੍ਰੈਜ਼ੈਂਸ, ਆਪਣੇ ਕੋਲ ਫਾਰਮੇਸ਼ਨ ਹੋ ਜੀ ਇਥਾਈਲ ਅਮਾਈਨ ਦੀ। रिप्लेसमेंट ऑफ हैलोजन बाय द आइसोसाइनो ग्रुप, फॉर्मेशन ऑफ आइसोसाइनाइड और आइसोनाइट्राइल। अल्काइल हैलाइड रिएक्ट विद द सिल्वर साइनाइड एट हाई टेम्परेचर टू गिव आइसोसाइनाइड। सो वी हैव कहते ओके कहते कि जो तुसी ਆਪਾਂ कोई भी साइनाइड आइसोसाइनाइड ग्रुप ਦੇ ਨਾਲ अगर CN ग्रुप आ, ठीक है, ਤਾਂ क्या है अपने को साइनाइड, अगर NC ग्रुप है तो क्या है अपने को आइसोसाइनाइड। सो कहते जो तुसी सिल्वर अल्काइल लाइड सिल्वर साइनाइड ने रिएक्ट करते राइट हाई टैंपरेचर के उपर अपने को फॉर्मेशन होती है आइसोसाइनाइड की अलॉन्ग विद द स्मॉल क्वांटिटी ऑफ साइनाइड। जो आप अल्काइल हैलाइड नो सिल्वर साइनाइड के नाल रिएक्ट किया अपने को फॉर्मेशन होगी आइसोसाइनाइड AgX रिमूव हो गया। फॉर एग्जांपल वी हैव मिथाइल आइडाइड, उन्होंने सिल्वर साइनाइड नाल रिएक्ट किया अपने को फॉर्मेशन होगी मिथाइल आइसोसाइनाइड की। रिप्लेसमेंट ऑफ हैलोजन इनटू कार्बोक्सिलेट ग्रुप, फॉर्मेशन ऑफ एस्टर। ठीक है, एक्स ਨੂੰ ਕਿੰਨਾ ਰਿਪਲੇਸ ਕਰ ਦੇਣਾ, ਕਾਰਬੋਕਸਿਲੇਟ ਗਰੁੱਪ ਨੇ किसी की फॉर्मेशन हो जानी, एस्टर की फॉर्मेशन हो जानी। When treated with the silver salt of carboxylic acid, alkyl light react with the carboxylate ion RCO negative to yield ester। So we have a RX, आप R dash COO नेगेटिव ने रिएक्ट करेंगे ना, एस्टर की क्या होगा, X ग्रुप रिमूव हो जाएगा, अपने को फॉर्मेशन होगी RCOR दी, X नेगेटिव रिमूव। वी फॉर एग्जांपल वी हैव एथाइल आयोडाइड, उन्होंने सिल्वर एसीटेट के नाल रिएक्ट किया CH3COAg, अपने को फॉर्मेशन होगी थाइल एसीटेट और सिल्वर आयोडाइड की। रिप्लेसमेंट ऑफ हैलोजन बाय नाइट्रो ग्रुप। ठीक है, अपने NO2 ग्रुप नाल इन्हू रिप्लेस कर देना। जितनी भी सारी रिप्लेसमेंट रिएक्शनस दी मोस्टली आप कर रहे हैं। तो जो आप अल्काइल लाइट नू AgNO3 सिल्वर नाइट्राइट नाल रिएक्ट करोगे अपने को नाइट्रो एल्कीन आ जाएगा। ठीक है, फॉर एग्जांपल इथाइल आइडाइड लता आप AgNO2 ਦੇ ਨਾਲ ਰਿਐਕਟ ਕੀਤਾ, ਆਪਣੇ ਕੋਲ ਆ ਗਿਆ ਨਾਈਟਰੋ ਇਥੇਨ। ਆ ਜਿਹੜਾ ਗਰੁੱਪ ਲੱਗਿਆ ਇਹ ਗਰੁੱਪ ਹੈ, ਆਈ ਕਿਹਦੇ ਨਾਲ, ਸੋਡੀਅਮ ਦੇ ਨਾਲ ਮਿਲ ਕੇ क्या हो जाएगा, गलत है बच्चों, उरे AG आना, इत्थे भी AgI आना। ठीक है जी, सो उस तो बाद रिप्लेसमेंट ऑफ हाइड्रोजन बाय द नाइट्राइट ग्रुप। नाइट्राइट ग्रुप क्या है, ONO ग्रुप। NO2 ग्रुप है नाइट्रो ग्रुप, ONO ग्रुप है नाइट्राइट ग्रुप। जो तुसी RX ਨੂੰ NaONO2 ਦੇ ਨਾਲ ਰਿਐਕਟ ਕਰਾਂਗੇ ਆਪਣੇ ਕੋ ਫਾਰਮੇਸ਼ਨ ਹੋਗੀ ਅਲਕਾइल नाइट्राइल ਦੀ और सोडियम, ਇਹਦੇ सिल्वर निकलता है, ਇਹਦੇ ਵਿੱਚ क्या निकलता है, सोडियम हाइलाइड निकलता है। ठीक है, रिप्लेसमेंट ऑफ हैलोजन बाय अमीनो ग्रुप। अमीन ग्रुप ਕਿਹੜਾ ਹੁੰਦਾ, NH3 ग्रुप ਹੁੰਦਾ। ठीक है, जो ਤੁਸੀਂ ਮਿਥਾइल आइडाइड ਦੇ ਨਾਲ ਦੇ ਵਿੱਚ ਅਲਕੋਹਲਿਕ ਅਮੋਨੀਆ ਦੀ ਰਿਐਕਸ਼ਨ ਦੀ ਐਡੀਸ਼ਨ ਕੀਤੀ ਆਪਣੇ ਕੋ ਫਾਰਮੇਸ਼ਨ ਹੋਗੀ ਇਥਾइल अमीन ਦੀ और हाइड्रोजन साइनाइड हाइड्रोजन आयोडाइड क्या हो गया, रिमूव हो गया। रिप्लेसमेंट ऑफ हैलोजन बाय द अल्काइल ग्रुप, फॉर्मेशन ऑफ एल्केन्स। अल्काइल ग्रुप जो रिप्लेस करूंगा तो किसी फॉर्मेशन होगी एल्केन दी, केड़ी रिएक्शन होगी, वुड्स रिएक्शन। ऑन द एडिशन विद ऑन रिएक्शन विद सोडियम इन द ड्राई ईथर सैचुरेटेड अल्काइल लाइट चेंज इनटू एल्केन्स। इट बिलीव दैट सोडियम इनिशियली रिएक्ट विद द मॉलिक्यूल ऑफ अल्काइल लाइट टू फॉर्म अ अल्काइल कार्बेनाइन। दिस बीइंग न्यूक्लियोफिलिक इन कैरेक्टर रिएक्ट विद फर्दर मॉलिक्यूल ऑफ अल्काइल लाइट टू यील्ड द एल्केन। क्या होना देखो, पहले अल्काइल लाइट लेना, उन्होंने ड्राई सोडियम के नाल रिएक्ट करना है, अपने को
क्या बन जाएगा, अल्काइल सोडियम, सोडियम अल्काइल, ठीक है। एंड सोडियम हाइड्रोक्साइड क्या हो जाएगा, सोडियम लाइट क्या हो जाएगा, रिमूव हो जाएगा। जेड़ा फिर अपन ने दोबारा तो अपन ने क्या करना है, दूसरा मॉलिक्यूल लेना अल्काइल लाइट तो ਜਿਹੜਾ ਆਪਣੇ ਕੋਲ ਸੋਡੀਅਮ ਅਲਕਾइल ਬਣਿਆ, ਅਲਕਾइल ਸੋਡੀਅਮ ਬਣਿਆ, ਉਹਦਾ R ਗਰੁੱਪ ਲੈਣਾ, Na ਪੋਜ਼ਿਟਿਵ R ਨੈਗੇਟਿਵ, R ਨੈਗੇਟਿਵ ਦੇ ਨਾਲ ਅਲਕਾइल ਲਾਈਟ ਨੂੰ ਰਿਐਕਟ ਕਰਨਾ, ਆਪਣੇ ਕੋਲ ਕਿਆ ਬਣ ਜਾਏਗਾ, ਐਲਕੇਨ। ਔਰ ਆਪਣੇ ਕੋਲ ਜਿਹੜਾ Na ਆ ਉਹ ਕਿਹਦੇ ਨਾਲ ਲੱਗ ਜਾਏਗਾ, और जो अपने को एक्स जो एक्स सीगा ये क्या हो जाएगा, रिमूव। ये फर्दर रिएक्ट करेगा एंड देन रिएक्शन चलती रहेगी। उस बाद देखो अदर रिएक्शन, एलिमिनेशन रिएक्शन, ਡੀਹਾਈਡਰੋਹੈਲੋਜੀਨੇਸ਼ਨ। ਉਹ ਕਹਿੰਦੇ ਜਦੋਂ ਤੁਸੀਂ ਵੈਨ ਟ੍ਰੀਟਡ ਵਿਦ ਦ ਬੇਸ, ਜਦੋਂ ਤੁਸੀਂ ਅਲਕਾइल ਹਲਾਈਡ ਨੂੰ ਕਿਸੇ ਬੇਸ ਦੇ ਨਾਲ ਰਿਐਕਟ ਕਰਦੇ ਹੋ, ਲਾਈਕ ਅਲਕੋਹਲਿਕ ਸੋਲੂਸ਼ਨ ਆਫ ਪੋਟਾਸ਼ੀਅਮ ਹਾਈਡਰੋਕਸਾਈਡ ਹੋ ਗਿਆ ਜਾਂ ਸੋਡੀਅਮ सोडामाइड हो गया, ठीक है। एंड अल्काइल halide undergo elimination reaction by the loss of halide ion together with the hydrogen ion from the adjacent carbon, that is beta hydrogen. Thus alkyl halide get dehydrohalogenated on the reaction with the alcoholic potash or sodamide to form a alkene। क्या होगा देखिए, ਆਪਾਂ ਨੇ ਅਲਕਾइल ਲੈ ਲਿਆ, ਉਹਨੂੰ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ, ਅਲਕੋਹਲਿਕ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਰਿਐਕਟ ਕੀਤਾ ਜਾਂ ਸੋਡਾਮਾਈਡ ਲੈ ਸਕਦੇ ਹਾਂ। क्या होना है, ਉਹਦਾ ਬ੍ਰੋਮੀਨ ਵੀ ਰਿਮੂਵ ਹੋ ਜਾਏਗਾ ਐਂਡ ਬ੍ਰੋਮੀਨ ਕਿਹਦੇ ਨਾਲ ਜਾਏਗਾ, OH ਦੇ ਨਾਲ। ਬ੍ਰੋਮੀਨ ਦੇ ਨਾਲ क्या ਹੋਏਗਾ, ਜਿਹੜਾ ਬਿਟਾ ਕਾਰਬਨ ਹੋਏਗਾ, ਜਿਹੜਾ ਹਾਈਡਰੋਜਨ ਹੋਏਗਾ ਉਹ ਵੀ ਰਿਮੂਵ ਹੋਏਗਾ, ਦੋ ਚੀਜ਼ਾਂ ਰਿਮੂਵ ਹੋਣਗੀਆਂ। ਇੱਕ क्या ਹੋਏਗਾ, ਜਿਹੜਾ ਹਲਾਈਡ ਗਰੁੱਪ ਉਹ ਰਿਮੂਵ ਹੋਏਗਾ। ਸੈਕਿੰਡ क्या ਰਿਮੂਵ ਹੋਏਗਾ, ਆਪਣੇ ਕੋਲ ਬਿਟਾ ਕਾਰਬਨ ਦਾ ਹਾਈਡਰੋਜਨ, ਕਿ ਬਿਟਾ ਕਾਰਬਨ ਦੇ ਜਿਹੜੇ ਹਾਈਡਰੋਜਨ ਆ, ਬਿਟਾ ਹਾਈਡਰੋਜਨਸ ਹੋਣਗੇ, ਕਿਹੜੇ ਹੋਣਗੇ, ਫੰਕਸ਼ਨ ਗਰੁੱਪ ਦੇ ਨਾਲ ਜਿਹੜਾ ਕਾਰਬਨ ਅਲਫਾ ਉਹਦੇ ਨਾਲ ਵਾਲਾ ਕਾਰਬਨ ਬਿਟਾ, ਠੀਕ ਹੈ। ਸੋ ਇੱਥੋਂ ਅਗਰ ਹਾਈਡਰੋਜਨ ਜਾਣਗੇ ਤਾਂ ਆਪਣੇ ਜਿਹੜੇ ਇਲੈਕਟ੍ਰੋਨਸ ਉਹ ਕਿਹਨੂੰ ਦੇ ਕੇ ਜਾਣਗੇ, ਕਾਰਬਨ ਬੌਂਡ, ਠੀਕ ਹੈ। ਡਬਲ ਬੌਂਡ ਦੀ ਫਾਰਮੇਸ਼ਨ ਹੋ ਜਾਏਗੀ, ਆਪਣੇ ਕੋਲ ਬਣ ਜਾਏਗਾ ਐਲਕੀਨਸ, ਔਰ KBr ਵਾਟਰ ਮੋਲੀਕੂਲ क्या हो जाएगा, रिमूव हो जाएगा। उसके बाद रिडक्शन ऑफ अल्काइल हैलाइड्स on treatment with the nascent hydrogen produced from the metal and an acid and or ordinary hydrogen in the presence of catalyst, alkyl halide get reduced to form a hydrocarbon। nascent hydrogen ਹੁੰਦਾ ਕੱਲੇ ਹਾਈਡਰੋਜਨ, ਜਿਵੇਂ nascent oxygen ਹੁੰਦੇ ਕੱਲੀ oxygen, ਠੀਕ ਹੈ। ਤਾਂ ordinary hydrogen in the presence of catalyst, ਤਾਂ ਕਹਿੰਦੇ ਜਦ ਤੁਸੀਂ alkyl halide ਨੂੰ nascent hydrogen ਦੇ ਨਾਲ ਰਿਐਕਟ ਕਰੋ the presence of zinc or HCl ਦੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਹਾਈਡਰੋਕਾਰਬਨ। ਹਾਈਡਰੋਕਾਰਬਨ ਹੁੰਦੇ ਜਿਸ 'ਚ ਕਾਰਬਨ ਤੇ ਹਾਈਡਰੋਜਨ ਹੋਗਾ, R ਗਰੁੱਪ ਕਾਰਬਨ ਗਰੁੱਪ, H ਨਾਲ क्या लगा हाइड्रोजन, इसे बन के हाइड्रोकार्बन, ठीक है। फॉर एग्जांपल इथाइल ब्रोमाइड लेता, 2 हाइड्रोजन ऐड किए नेसेंट हाइड्रोजन द प्रेजेंस ऑफ जिंक और HCl, अपने को फॉर्मेशन हो गई इथेन दी और HBr क्या हो गया अपना रिमूव। रिएक्शन विद मैटल्स, फर्स्ट ऑफ ऑल रिएक्शन विद मैग्नीशियम फॉर्मेशन ऑफ ग्रिग्नार्ड रिएजेंट। ਜਦੋਂ ਤੁਸੀਂ ਕਹਿੰਦੇ ਚਲੋ ਅਲਕਾइल ਹੈਲਾਈਡ ਹੈ ਕੋਈ ਵੀ, ਠੀਕ ਹੈ, ਜਦੋਂ ਤੁਸੀਂ ਉਹਨੂੰ ਡਰਾਈ ਮੈਗਨੀਸ਼ੀਅਮ ਦੇ ਨਾਲ ਰਿਐਕਟ ਕਰਦੇ ਹੋ ਇਨ ਦਾ ਪ੍ਰੈਜ਼ੈਂਸ ਆਫ ਡਰਾਈ ਈਥਰ, ਠੀਕ ਹੈ। ਅਲਕਾइल ਲਾਈਡ ਲੈਣਾ, ਉਹਨੂੰ ਰਿਐਕਟ ਕਰਨਾ ਹੈ ਮੈਗਨੀਸ਼ੀਅਮ ਦੇ ਨਾਲ ਇਨ ਦਾ ਪ੍ਰੈਜ਼ੈਂਸ ਆਫ ਡਰਾਈ ਈਥਰ, ਆਪਣੇ ਕੋਲ ਫਾਰਮੇਸ਼ਨ ਹੋ ਜਾਂਦੀ ਹੈ ਇਥਾਈਲ ਮੈਗਨੀਸ਼ੀਅਮ ਆਇਓਡਾਈਡ, ਦੈਟ ਇਜ਼ ਕਾਲਡ ਗ੍ਰਿਗਨਾਰਡ ਰੀਏਜੈਂਟ RMgX। R क्या है, C2H5 ग्रुप, Mg मैटल है, ठीक है। जो ग्रिगनार्ड रीएजेंट बनना, X क्या है, कोई भी हैलोजन लग गया। सो इसका जनरल फार्मूला है RMgX। रिएक्शन में लीथियम, जो अल्काइल लाइड लीथियम के नाल रिएक्ट करते हैं प्लस ऑफ ड्राई इथर क्या बनाता, अल्काइल लीथियम बना लेंदा। सेम जिथे मैग्नीशियम लगे उत्थे क्या आ जाना, अल्काइल लीथियम। सो वी हैव N ब्यूटाइल ब्रोमाइड, आप दो इतने एक मॉलीक्यूल तो 2 मॉलीक्यूल लेने लीथियम इन द प्रेजेंस ऑफ ड्राई इथर रिएक्ट करना है, फॉर्मेशन हो जाएगी N ब्यूटाइल लीथियम दी और N लीथियम ब्रोमाइड क्या हो जाएगा, रिमूव हो जाएगा। पोटाशियम विद लेड सोडियम एलॉय, व्हेन हीटेड विद द एलॉय ऑफ लेड और सोडियम अल्काइल लाइड फॉर्म अ टेट्रा अल्काइल लेड। ਜਦੋਂ ਕਹਿੰਦੇ ਤੁਸੀਂ ਇਹਨੂੰ ਅਲੋਏ ਦੇ ਨਾਲ, ਅਲੋਏ ਯਾਨੀ ਕਿ ਮਿਕਸਚਰ ਆਫ ਮੈਟਲਸ, ਜਦੋਂ ਲੈਡ ਔਰ ਸੋਡੀਅਮ ਦੇ ਮਿਕਸਚਰ ਨੂੰ ਤੁਸੀਂ ਰਿਐਕਟ ਕਰਦੇ ਹੋ ਅਲਕਾइल ਹਲਾਈਡ ਦੇ ਨਾਲ ਤਾਂ ਫਾਰਮੇਸ਼ਨ ਕਰਦਾ ਹੈ ਟੈਟਰਾ ਅਲਕਾइल ਲੈਡ ਦੀ। ਸੋ ਆਪਾਂ 4 ਮੋਲੀਕੂਲ ਲਿੱਤੇ इथाइल ब्रोमाइड दे और अपन ने क्या लेता, अलॉय लेता, 4 मॉलिक्यूल्स ऑफ अलॉय ले लिया, अलॉय ऑफ लेड एंड सोडियम। अपने को फॉर्मेशन होगी C2H5Pp, NaBr रिमूव होगा, 3 मेटल्स ऑफ लेड भी क्या हो जाएंगे, रिमूव।
उस तो बाद आंदा टाइप ऑफ न्यूक्लियोफिलिक एलिफेटिक सब्स्टिट्यूशन रिएक्शन, फर्स्ट ऑर्डर सेकंड ऑर्डर रिएक्शन. When we learnt about the alkyl halide undergo variety of nucleophilic substitution reaction, it is as interesting to note, however, all the nucleophilic substitution reaction do not take place by the same mechanism. ਹੁਣ ਆਪਾਂ ਨੇ ਦੇਖਿਆ, ਆਪਾਂ ਨੇ ਪੜ੍ਹੇ ਬਹੁਤ ਸਾਰੇ ਰਿਐਕਸ਼ਨਸ ਪੜ੍ਹੇ ਆਪਾਂ ਨੇ, ਠੀਕ ਹੈ, ਰਿਪਲੇਸਮੈਂਟ ਰਿਐਕਸ਼ਨ, ਐਲੀਮੀਨੇਸ਼ਨ ਰਿਐਕਸ਼ਨ, ਗ੍ਰਿਗਨਾਰਡ ਫਾਰਮੇਸ਼ਨ, ਠੀਕ ਹੈ, ਸਭ ਪੜ੍ਹਿਆ. ਉਹ ਕਹਿੰਦੇ ਬਹੁਤ ਸਾਰੀ ਵੈਰਾਈਟੀ ਆਫ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਹੁੰਦੀਆਂ ਨੇ, ਪਰ ਇਹ ਗੱਲ ਇੰਟਰਸਟਿੰਗ ਨੋਟ ਕਰਨੀ ਬਣਦੀ ਹੈ ਕਿ ਜਿੰਨੇ ਵੀ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੁੰਦੇ ਸਭ ਦਾ ਮੈਕੈਨਿਜ਼ਮ ਸੇਮ ਨਹੀਂ ਹੁੰਦਾ, ਹਰ ਇੱਕ ਦਾ ਮੈਕੈਨਿਜ਼ਮ ਡਿਫਰੈਂਟ ਹੁੰਦਾ. On the other hand, there are two different type of mechanism possible for the nucleophilic substitution reaction. First one is biomolecular nucleophilic substitution reaction, that is SN2, and unimolecular nucleophilic substitution reaction, that is SN1. Let us illustrate this mechanism by considering the hydrolysis of alkyl halide by the hydroxy ion. ਆਪਾਂ फर्स्ट रिप्लेसमेंट रिएक्शन पढ़ी सी, ਆਪਾਂ ਨੇ OH ਗਰੁੱਪ ਦੇ ਨਾਲ ਰਿਪਲੇਸ ਕੀਤਾ ਸੀ X ਗਰੁੱਪ, ਠੀਕ ਹੈ, ਅਲਕੋਹਲ ਬਣਾਈ ਸੀ, ਉਹਦੇ ਬਾਰੇ ਗੱਲ ਕਰਦੇ ਹਾਂ. ਫਸਟ ਆਫ ਆਲ ਵੀ ਆਰ ਕੰਸੀਡਰਿੰਗ ਬਾਇਓਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ. The S stands for substitution, N stands for nucleophilic, bi stands for 2 stands for biomolecular. According to this mechanism, the reaction is believed to take place in the concert process involving the single step. ਜਿਹੜੀ SN2 ਹੋਏਗੀ, ਜਿਹੜੀ SN2 ਹੋਏਗੀ ਉਹ ਸਿੰਗਲ ਸਟੈਪ ਹੋਏਗੀ. ਜਿਹੜੀ SN1 ਇਹ ਰਿਵਰਸ ਹੁੰਦਾ, ਜਿੱਥੇ ਇੱਥੇ 2 ਲਿਖਿਆ ਦੈਟ ਮੀਨਸ ਇਹ ਸਿੰਗਲ ਸਟੈਪ ਹੋਏਗੀ, ਜਿੱਥੇ 1 ਲਿਖਿਆ ਉਹ ਕਿਆ ਹੋਏਗੀ, 2 ਸਟੈਪ ਰਿਐਕਸ਼ਨ ਹੋਏਗੀ. ਕਹਿੰਦੇ ਜਿਹੜੀ ਇਹ ਮੈਕੈਨਿਜ਼ਮ ਹੈ ਇਹ ਕਿਆ ਹੁੰਦਾ, ਕੰਸੈਂਟਰੇਟ ਪ੍ਰੋਸੈਸ ਹੁੰਦਾ ਜਿਹਦੇ ਸਿੰਗਲ ਸਟੈਪ ਹੁੰਦਾ. ਉਹਦੇ ਵਿੱਚ ਇੱਕ ਹੀ ਸਟੈਪ ਦੇ ਵਿੱਚ ਤੁਸੀਂ ਨਿਊਕਲੀਓਫਾਈਲ ਦਾ ਅਟੈਕ ਕਰਵਾਉਂਦੇ, ਉਸੇ ਸਟੈਪ ਦੇ ਵਿੱਚ ਉਹਨੂੰ ਜਿਹੜਾ ਆਪਣੇ ਕੋਲ ਹੈਲਾਈਡ ਹੁੰਦਾ ਉਹ ਕਿਆ ਹੁੰਦਾ, ਰਿਮੂਵ ਹੋ ਜਾਂਦਾ. So attack of hydroxy ion on the other hand, nucleophilic reagent take place simultaneously with the loss of halide and that is the bond between carbon hydroxy ion is being formed at the same time the carbon halogen bond breaks. क्या ਹੁੰਦਾ कि ਜਦੋਂ क्या ਹੁੰਦਾ, ਉਹ ਕਹਿੰਦੇ ਜਦੋਂ ਇਹ ਵਾਲਾ ਬੌਂਡ ਟੁੱਟਦਾ ਹੈ ਆਹ ਵਾਲਾ ਬੌਂਡ ਨਾਲ ਲੱਗਦੀ ਬਣ ਜਾਂਦਾ, ਠੀਕ ਹੈ, ਤਾਂ 1 ਸਟੈਪ ਦੇ ਵਿੱਚ ਹੁੰਦੀ. ਇਸ ਮੀਨ ਦੈਟ ਦ ਰੇਟ ਆਫ ਰਿਐਕਸ਼ਨ ਸ਼ੁੱਡ ਬੀ ਡਿਪੈਂਡ ਅਪਨ ਦ ਕੰਸੈਂਟ੍ਰੇਸ਼ਨ ਆਫ ਬੋਥ ਰਿਐਕਟੈਂਟ. ਜਿਹੜੀ ਰੇਟ ਆਫ ਰਿਐਕਸ਼ਨ ਕਿਹਦੇ ਪਰ ਡਿਪੈਂਡ ਕਰਦੀ ਹੈ, ਇਹਨਾਂ ਦੋਨਾਂ ਰਿਐਕਟੈਂਟ ਦੇ ਉੱਪਰ, ਰਿਐਕਟੈਂਟ ਦੀ ਕੰਸੈਂਟ੍ਰੇਸ਼ਨ ਦੇ. ਸੋ ਐਜ਼ ਸੱਚ ਦ ਰੇਟ ਆਫ ਰਿਐਕਸ਼ਨ ਮੇ ਬੀ ਐਕਸਪ੍ਰੈਸ R is equal to Rx and OH negative. Since the rate of formation of glucose is found to be proportional to the concentration of both alkyl halide and hydroxy ion, the reaction is said to have a second order kinetics. ਹੁਣ ਦੋ ਦੇ ਕਿਹਦੇ ਪਰ ਡਿਪੈਂਡ ਕਰਦੀ, 2 ਰਿਐਕਟੈਂਟ ਆ, 2 ਰਿਐਕਟੈਂਟ ਦੇ ਉੱਪਰ ਡਿਪੈਂਡ ਕਰਦੀ ਹੈ. ਇਸ ਕਰਕੇ ਜਿਹੜਾ ਦਾ ਰੇਟ ਆਫ ਰਿਐਕਸ਼ਨ ਹੋਏਗਾ ਕਿਆ ਹੋਏਗਾ, ਸੈਕਿੰਡ ਆਰਡਰ ਕਾਈਨੈਟਿਕਸ ਹੋਏਗਾ. ਅ ਸਿੰਗਲ ਸਟੈਪ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਇਜ਼ ਅ ਟਾਈਪ ਵਿਚ proceed by the simultaneous collision of 2 particles is known as the biomolecular nucleophilic substitution reaction or SN2 reaction. ठीक है, क्या ਹੁੰਦਾ ਦੇਖੋ ਐਕਚੁਅਲ ਮੈਕੈਨਿਜ਼ਮ ਚ ਕਹਿੰਦੇ ਆ ਨਿਊਕਲੀਓਫਾਈਲ ਆ, ਆ ਤੁਹਾਡੇ ਕੋਲ ਕੋਈ ਵੀ ਕਿਆ ਪਿਆ, ਤੁਹਾਡਾ ਹੈਲਾਈਡ ਗਰੁੱਪ ਪਿਆ, ਠੀਕ ਹੈ, CH3Br, ਠੀਕ ਹੈ. ਨਿਊਕਲੀਓਫਾਈਲ ਨੇ ਅਟੈਕ ਕਰਨਾ ਕਾਰਬਨ ਦੇ ਉੱਪਰ ਆ ਕੇ, ਠੀਕ ਹੈ, ਬ੍ਰੋਮੀਨ ਨੇ ਰਿਮੂਵ ਹੋ ਜਾਣਾ, ਟ੍ਰਾਂਜੀਸ਼ਨ ਸਟੇਟ ਬਣ ਜਾਂਦੀ ਹੈ, ਇੱਕ ਹੁੰਦਾ ਸਾਰੇ ਇੱਕ ਸਟੈਪ 'ਤੇ ਆ, ਟ੍ਰਾਂਜੀਸ਼ਨ ਸਟੇਟ ਬਣ ਜਾਂਦੀ ਆ, ਇਹ ਬੌਂਡ ਪਾਰਸ਼ਲੀ ਫਾਰਮ ਹੋ ਜਾਂਦਾ ਹੈ, ਪਾਰਸ਼ਲੀ ਬ੍ਰੇਕ ਹੋ ਜਾਂਦਾ, ਹਾਈਡਰੋਜਨ ਐਜ਼ ਇਟ ਇਜ਼ ਲੱਗੇ ਹੋਏ ਆ, ਠੀਕ ਹੈ. ਐਟ ਦਾ ਐਂਡ ਕਿਆ ਹੁੰਦਾ, ਇਹ ਵਾਲਾ ਬੌਂਡ ਬ੍ਰੇਕ ਹੋ ਜਾਂਦਾ ਕੰਪਲੀਟਲੀ, ਇਹ ਕੰਪਲੀਟਲੀ ਫਾਰਮ ਹੋ ਜਾਂਦਾ. ਸੋ ਜਿੱਧਰ ਤੋਂ ਤੁਹਾਡਾ ਬ੍ਰੋਮੀਨ ਰਿਮੂਵ ਹੁੰਦਾ ਉਹ ਤੋਂ ਆਪੋਜ਼ਿਟ ਸਾਈਡ ਤੇ ਆਪਣਾ OH ਗਰੁੱਪ ਲੱਗਦਾ ਹੈ SN2 ਦੇ ਵਿੱਚ, ਜਿੱਥੋਂ ਤੁਹਾਨੂੰ ਜਿਸ ਪਰ ਸਾਈਡ ਤੇ ਤੁਹਾਡਾ ਹੈਲੋਜਨ ਰਿਮੂਵ ਹੋਏਗਾ ਉਹ ਤੋਂ ਆਪੋਜ਼ਿਟ ਸਾਈਡ ਤੇ OH ਗਰੁੱਪ ਲੱਗੇਗਾ. It may be noted that the hydroxy ion attack the carbon on the side opposite the bromine because the attacking nucleophile cannot approach the methyl bromide molecule for any other side due to the repulsion of negatively polarized bromine. ਕਹਿੰਦੇ ਦੇਖੋ ਕਿ ਜਿਹੜਾ OH ਗਰੁੱਪ ਆ ਆਪੋਜ਼ਿਟ ਸਾਈਡ ਤੇ ਲੱਗਿਆ ਜਿੱਥੇ ਤੋਂ ਬ੍ਰੋਮੀਨ ਰਿਮੂਵ ਹੋਇਆ, ਕਿਉਂ, ਕਿਉਂਕਿ ਜਦੋਂ OH ਗਰੁੱਪ ਅਟੈਕ ਕਰਦਾ ਉਸ ਟਾਈਮ ਬ੍ਰੋਮੀਨ ਲੱਗਿਆ ਹੁੰਦਾ, ਇਸ ਕਰਕੇ ਉਹਦੇ ਕੋਲ ਹੋਰ ਕੋਈ ਜਗ੍ਹਾ ਨਹੀਂ ਬਚਦੀ ਜਿੱਥੇ ਜਾ ਕੇ ਅਟੈਕ ਕਰੇ. ਅਗਰ ਬ੍ਰੋਮੀਨ ਵਾਲੀ ਜਗ੍ਹਾ ਤੇ ਅਟੈਕ ਕਰੇਗਾ ਤਾਂ ਕਿਉਂਕਿ ਉਹ ਵੀ ਨੈਗੇਟਿਵਲੀ ਚਾਰਜ ਆ, ਬ੍ਰੋਮੀਨ ਵੀ ਨੈਗੇਟਿਵਲੀ ਚਾਰਜ ਹੈ, ਇਸ ਕਰਕੇ ਰਿਪਲਸ਼ਨ ਹੋ ਜਾਏਗੀ. ਸੋ ਇਸ ਕਰਕੇ ਉਹਦੇ ਕੋਲ ਸਿਰਫ ਇੱਕ ਹੀ ਜਗ੍ਹਾ ਬਚਦੀ ਕਿ ਉਹਦੇ ਆਪੋਜ਼ਿਟ ਸਾਈਡ ਤੋਂ ਜਾ ਕੇ ਉਹਨੂੰ ਕਿਆ ਕਰੇ, ਅਟੈਕ ਕਰੇ. ਦਿਸ ਇਜ਼ ਰੈਫਰਡ ਐਜ਼ ਦਾ ਬੈਕ ਸਾਈਡ ਅਟੈਕ ਐਂਡ ਸਪੋਰਟਡ ਬਾਈ ਦਾ ਸਟੀਰੀਓਕੈਮੀਕਲ ਐਵੀਡੈਂਸ. AM ਦੀ એનર્ਜੀ ਪ੍ਰੋਫਾਈਲ ਡਾਇਗਰਾਮ ਆ ਜਾਂਦੀ ਹੈ. ਆਪਾਂ ਨੇ ਦੋਨੋਂ OH ਨੈਗੇਟਿਵ CH3Br ਦੋਨੋਂ ਰਿਐਕਟਡ ਦੋਨੋਂ ਜਦੋਂ ਰਿਐਕਟ ਕਰੋਗੇ ਤਾਂ ਇੱਕ ਟ੍ਰਾਂਜੀਸ਼ਨ ਸਟੇਟ ਬਣਾਉਣਗੇ, ਟ੍ਰਾਂਜੀਸ਼ਨ ਸਟੇਟ ਆ ਜਾਂਦੀ ਹੈ, ਠੀਕ ਹੈ, ਜਿੱਥੇ ਦੋਨੋਂ ਇੱਕ ਬੌਂਡ ਪਾਰਸ਼ਲੀ ਫਾਰਮ ਹੋ ਰਿਹਾ, ਦੂਸਰਾ ਪਾਰਸ਼ਲੀ ਕਿਆ ਹੋ ਰਿਹਾ, ਬ੍ਰੇਕ ਹੋ ਰਿਹਾ, ਇੱਕ ਪਾਰਸ਼ਲੀ ਫਾਰਮ ਹੋ ਰਿਹਾ, ਠੀਕ ਹੈ. ਉਸ ਤੋਂ ਬਾਅਦ ਆਫਟਰ ਸਮ ਟਾਈਮ ਇਹ ਕਿਆ ਕਰਦੇ ਆ, ਪ੍ਰੋਡਕਟ ਦੀ ਫਾਰਮ, ਕਿਉਂਕਿ ਟ੍ਰਾਂਜੀਸ਼ਨ ਸਟੇਟ ਤੇ ਬਹੁਤ ਹੀ ਮਾਈਕਰੋ ਸੈਕਿੰਡ ਰਹਿੰਦੇ ਆ, ਬਹੁਤ ਘੱਟ ਥੋੜ੍ਹੇ ਟਾਈਮ 'ਤੇ ਰਹਿੰਦੇ, ਇਸ ਕਰਕੇ ਜਾ ਕੇ ਕੱਚ ਕਨਵਰਟ ਹੋ ਜਾਂਦੇ ਨੇ ਪ੍ਰੋਡਕਟ ਦੇ ਵਿੱਚ, ਠੀਕ ਹੈ ਜੀ.
ਉਸ ਤੋਂ ਫੈਕਟਰ ਇਨਫਲੂਐਂਸ ਦਾ ਅਕਰੈਂਸ ਆਫ ਰੇਟ ਆਫ SN2 reaction. First, the nature of alkyl group in the alkyl halide, that is steric factor. In order to compare the relative reactivity of alkyl halide having the same halogen in SN2 reaction, let us first study the effect of size of the group attached to the carbon carrying a halogen atom. ਉਹ ਕਹਿੰਦੇ ਜੇ ਤੁਸੀਂ ਰਿਲੇਟਿਵ ਰਿਐਕਟੀਵਿਟੀ ਨੂੰ ਕੰਪੇਅਰ ਕਰਨਾ ਹੈ alkyl halide ਦੀ in SN2 reaction ਦੇ ਵਿੱਚ, ਠੀਕ ਹੈ, ਜਿਹਦੇ ਨਾਲ ਸੇਮ ਹੈਲੋਜਨ ਲੱਗੇ ਹੋਣ, ਤਾਂ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਉਹ ਦੇਖਣਾ ਕਿ ਸਾਈਜ਼ ਆਫ ਦਾ ਗਰੁੱਪ ਜਿਹੜੇ ਅਟੈਚ ਹੈ ਹੈਲੋਜਨਸ ਦੇ ਨਾਲ, ਜਿਹੜੇ ਸਾਈਜ਼ ਆਫ ਗਰੁੱਪ ਅਟੈਚ ਆ ਉਹਨਾਂ ਦੇ ਨਾਲ ਕਾਰਬਨ ਦੇ ਨਾਲ, ਉਹਨਾਂ ਉਹ ਕਿੰਨੇ ਹੈ, ਕਿਆ ਨੇ, ਕਿਹੜੇ ਨੇ, ਠੀਕ ਹੈ। ਸਾਈਜ਼ ਆਫ ਦਾ ਗਰੁੱਪ ਅਟੈਚ ਦਾ ਕਾਰਬਨ ਕੈਰਿੰਗ ਆ ਹੈਲੋਜਨ, ਕਿਵੇਂ ਦੇ ਗਰੁੱਪ ਲੱਗੇ ਹੋਏ ਨੇ, ਜਿਹਨਾਂ ਦੇ ਨਾਲ ਜਿਸ ਕਾਰਬਨ ਦੇ ਨਾਲ ਹੈਲੋਜਨ ਲੱਗੇ ਉਹਦੇ ਨਾਲ ਕਿਵੇਂ ਹਾਈਡਰੋਜਨ ਲੱਗੇ ਨੇ ਜਾਂ ਥੋੜੇ ਬਲਕੀ ਗਰੁੱਪ ਲੱਗੇ ਨੇ। ਟੂ ਅੰਡਰਸਟੈਂਡ ਦਿਸ ਨੋਟਡ ਐਟ ਦ ਕੇਸ ਆਫ ਹਾਈਡਰੋਲਿਸਿਸ ਆਫ ਮਿਥਾਈਲ ਬ੍ਰੋਮਾਈਡ ਦਾ ਰਿਐਕਟੈਂਟ methyl bromide and the product methyl alcohol contain tetrahedral carbon. But in the transition state, the carbon is bonded to a 5 atom. When the hydrogen atom in the methyl bromide is successively replaced by the larger group such as CH3, C2H5, there increase in the crowding around the central carbon. This gives rise to the particularly strong non-bonding interaction between the transition state because in the presence of 5 group attached to the same carbon. As a result, the energy content of the transition state rise and so does the energy E act is that called energy of activation is formation. Naturally, therefore, the rate of reaction slow down. क्या कहते हैं, देखो ਜਦੋਂ reactant मिथाइल ब्रोमाइड पर ਤੇ ਤੁਸੀਂ ਜਦੋਂ ਮਿਥਾਈਲ ਅਲਕੋਹਲ ਨੂੰ ਦੇਖਦੇ ਆ ਤਾਂ ਉਹ ਟੈਟਰਾਹਾਈਡਰਲ ਕਾਰਬਨ ਹੁੰਦੇ ਆ, ਠੀਕ ਹੈ, ਜਿਹਦੇ ਨਾਲ 4 ਗਰੁੱਪ ਲੱਗੇ ਹੁੰਦੇ ਆ। ਬਟ ਜਦੋਂ ਟ੍ਰਾਂਜੀਸ਼ਨ ਸਟੇਟ ਦੀ ਗੱਲ ਕਰਦੇ ਆ ਆਪਾਂ ਤਾਂ ਉਹਦੇ ਵਿੱਚ 1 2 3 4 ਐਂਡ 5 ਗਰੁੱਪ ਲੱਗੇ ਹੁੰਦੇ ਨੇ, 5 ਉੱਪਰ। ਉਹ ਕਹਿੰਦੇ ਜਦੋਂ ਹਾਈਡਰੋਜਨ ਐਟਮ ਇਨ ਦਾ ਮਿਥਾਈਲ ਸੈਕਸ਼ਨ, ਅਗਰ ਆਪਾਂ ਜਿਹੜਾ ਹਾਈਡਰੋਜਨ ਆ ਮਿਥਾਈਲ ਬ੍ਰੋਮਾਈਡ ਦਾ, ਅਗਰ ਇਹਦੇ ਹਾਈਡਰੋਜਨ ਨੂੰ ਕਿਸੇ ਗਰੁੱਪ ਦੇ ਨਾਲ ਬਲਕਿ ਗਰੁੱਪ CH3 C2H5 ਗਰੁੱਪ ਦੇ ਨਾਲ ਰਿਪਲੇਸ ਕਰ ਦਈਏ ਤਾਂ ਉਹਦਾ ਕਿਆ ਹੋਊਗਾ, ਜਿਹੜੀ ਕਰਾਊਡਿੰਗ ਆ ਅਰਾਊਂਡ ਦਾ ਸੈਂਟਰ ਕਾਰਬਨ ਐਟਮ ਉਹ ਇਨਕਰੀਜ਼ ਹੋ ਜਾਏਗੀ ਤੇ ਉਹ ਕੀ ਕਰੂੰਗੀ, ਇੱਕ ਨਾਨ ਬੌਂਡਿੰਗ ਇੰਟਰੈਕਸ਼ਨ ਪ੍ਰੋਡਿਊਸ ਕਰ ਦੂੰਗੀ ਕਿ 5 ਬੌਂਡ ਤਾਂ ਕਾਰਬਨ ਬਣਾ ਨਹੀਂ ਨਾ ਸਕਦਾ, ਪੋਸੀਬਲ ਹੀ ਨਹੀਂ ਹੈਗਾ ਕਾਰਬਨ ਦੇ ਲਈ, ਠੀਕ ਹੈ। ਤਾਂ ਉਹ ਜਦੋਂ ਤੁਸੀਂ CH3 ਜਾਂ C2H ਗਰੁੱਪ ਪਾਉਂਗੇ ਇਹ ਕਿਆ ਹੋਊਗਾ, ਜਿਹੜਾ ਇੱਕ ਉਹ ਜਿਹੜਾ ਆਪਣੇ ਆਪਾਂ ਨੇ ਗਰੁੱਪ ਨੂੰ ਰਿਪਲੇਸ ਕੀਤਾ ਮਿਥਾਈਲ ਜਾਂ ਇਥਾਈਲ ਗਰੁੱਪ ਲਗਾਇਆ, ਉਹਨੇ ਨਾਨ ਬੌਂਡਿੰਗ ਇੰਟਰੈਕਸ਼ਨ ਕਰ ਲੈਣੀ ਕਿਸੇ ਇੱਕ ਦੇ ਨਾਲ, ਠੀਕ ਹੈ। ਬਿਕੋਜ਼ ਦ ਪ੍ਰੈਜ਼ੈਂਸ ਆਫ 5 ਗਰੁੱਪ ਅਟੈਚ ਟੂ ਦ ਸੇਮ ਕਾਰਬਨ, ਕਿਉਂਕਿ 5 ਗਰੁੱਪ ਇੱਕ ਕਾਰਬਨ ਲੱਗੇ ਹੋਏ ਆ, ਇਸ ਕਰਕੇ ਜਿਹੜੀ એનર્ਜੀ ਆਫ ਐਕਟੀਵੇਸ਼ਨ ਹੋਊਗੀ ਟ੍ਰਾਂਜੀਸ਼ਨ ਸਟੇਟ ਦੀ ਉਹ ਵੱਧ ਜਾਊਗੀ ਔਰ ਆਪਣੇ ਕੋਲ એનર્ਜੀ ਆਫ ਐਕਟੀਵੇਸ਼ਨ ਫਾਰਮ ਹੋ ਜਾਏਗੀ। ਟ੍ਰਾਂਜੀਸ਼ਨ ਸਟੇਟ ਦੀ એનર્ਜੀ ਕਿਆ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ, ਰਿਐਕਟੈਂਟ ਤੋਂ ਇਨਕਰੀਜ਼ ਹੋ ਗਈ, ਦੈਨ ਉੱਥੇ ਕਿਤੇ ਤੱਕ ਪਹੁੰਚ ਜਾਏਗੀ એનર્ਜੀ ਆਫ ਐਕਟੀਵੇਸ਼ਨ ਦੇ। ਆਫਟਰ ਸਮ ਟਾਈਮ ਕਿਆ ਹੋਏਗਾ, ਨੈਚੁਰਲੀ ਰੇਟ ਆਫ ਪ੍ਰੋਸੈਸ ਸਲੋ ਹੋ ਜਾਏਗੀ ਤੇ ਉਹ ਵਾਪਸ ਕਿਤੇ ਪਰ ਆ ਜਾਏਗੀ ਗਰਾਊਂਡ ਸਟੇਟ ਤੇ ਉੱਪਰ। So it's clear from the above discussion that relative reactivity of alkyl halide in SN2 reaction are mainly related to the steric factor, that is factor pertaining the size of the group. In keeping with the observation, the order of reactivity in such reactions are found. Methyl halide ਦੀ ਜ਼ਿਆਦਾ ਹੁੰਦੀ reactivity, ਫਿਰ primary halide ਦੀ, ਫਿਰ secondary halide, ਸਭ ਤੋਂ ਘੱਟ ਕਿਹਦੀ ਹੁੰਦੀ ਹੈ, tertiary halide ਦੀ। ਹੁਣ nature of the halogen atom in the alkyl halide ਵੀ ਕਿਸ ਤਰ੍ਹਾਂ ਦਾ ਹੈਲੋਜਨ ਲੱਗਿਆ ਹੋਇਆ ਤੁਹਾਡੇ alkyl halide ਦਾ, elimination of leaving group. SN2 reaction of the alkyl halide, the halogen atom ultimately leaves the transition state to form a negative halide ion and form a final product. ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਜਦੋਂ ਆਪਾਂ SN2 ਰਿਐਕਸ਼ਨ ਪੜ੍ਹੀ ਆ ਉਹ 'ਚ ਆਪਾਂ ਨੂੰ ਹੈਲੋਜਨ ਨੂੰ ਰਿਮੂਵ ਕਰਨਾ ਹੀ ਪੈਣਾ ਅਗਰ ਆਪਾਂ ਨੇ ਫਾਈਨਲ ਪ੍ਰੋਡਕਟ ਬਣਾਉਣਾ, ਅਗਰ ਆਪਾਂ ਨੇ OH ਨੂੰ ਐਡ ਕਰਨਾ ਹੈ। So X negative ion is eliminated more the rate of the reaction. ਜਿੰਨੀ ਜਲਦੀ X negative ion eliminate ਕਰੇਗਾ ਉਨੀ ਹੀ ਜਲਦੀ ਕਿਆ ਹੋਏਗੀ, ਜ਼ਿਆਦਾ ਹੋਏਗੀ ਆਪਣੀ rate of reaction. So ਇਹਦੇ ਵਿੱਚ X negative eliminate depend upon the basicity. Weaker the base, better would be leaving group. ਜਿੰਨਾ weaker base ਹੋਏ ਕਿਹਦੇ ਪਰ depend ਕਰਦਾ, basicity ਦੇ ਉੱਪਰ। ਜਿੰਨਾ weak base ਹੋਏਗਾ ਉਨੀ ਜਲਦੀ ਕਿਆ ਹੋਏਗਾ, leaving group leave ਕਰੇਗਾ। Now the order of the increasing basing strength of a halide ion is, ਸੋ ਇੰਕਰੀਜ਼ਿੰਗ ਬੇਸਿਕ ਸਟਰੈਂਥ ਕੀ ਉਹਦਾ ਲਾਈਡ ਲਾਈਨ ਦੀ ਸਭ ਤੋਂ ਕਿਹੜਾ ਬੇਸਿਕ ਹੈ, ਫਲੋਰੀਨ, ਫਿਰ ਕਲੋਰੀਨ, ਉਸ ਤੋਂ ਘੱਟ ਬ੍ਰੋਮੀਨ, ਸਭ ਤੋਂ ਘੱਟ ਕਿਹੜਾ, ਆਇਓਡੀਨ। ਦੇਅਰਫੋਰ ਦਾ ਆਰਡਰ ਆਫ ਤਾਂ ਸਭ ਤੋਂ ਈਜ਼ੀ ਹੁਣ ਕੀ ਆ, ਜਿਹਦੀ ਘੱਟ ਜਿਹੜਾ ਘੱਟ ਬੇਸਿਕ ਹੋਏਗਾ ਉਹ ਜ਼ਿਆਦਾ ਈਜ਼ੀਲੀ ਰਿਮੂਵ ਹੋਏਗਾ। ਹੁਣ ਸਭ ਤੋਂ ਘੱਟ ਕਿਹੜਾ, ਆਇਓਡੀਨ, ਤਾਂ ਸਭ ਤੋਂ ਜ਼ਿਆਦਾ ਈਜ਼ੀਲੀ ਕਿਹੜਾ ਰਿਪਲੇਸ ਹੋਏਗਾ, ਆਇਓਡੀਨ, ਠੀਕ ਹੈ। ਫਿਰ ਬ੍ਰੋਮੀਨ, ਫਿਰ ਕਲੋਰੀਨ, ਸਭ ਤੋਂ ਘੱਟ ਕਿਹੜਾ, ਸਭ ਤੋਂ ਡਿਫੀਕਲਟੀ ਨਾਲ ਕਿਹੜਾ ਰਿਮੂਵ ਹੋਏਗਾ, ਫਲੋਰੀਨ। ਹੈਂਸ ਦਾ ਆਰਡਰ ਆਫ ਰਿਐਕਟੀਵਿਟੀ ਆਫ alkyl halide ਹੈਵਿੰਗ ਅ ਡਿਫਰੈਂਟ ਹੈਲੋਜਨ ਇਜ਼, ਕਿਹਦੀ ਹੋਏਗੀ, alkyl halide ਦੀ ਜ਼ਿਆਦਾ ਹੋਏਗੀ ਰਿਐਕਟੀਵਿਟੀ, ਫਿਰ alkyl bromide ਦੀ ਹੋਏਗੀ, ਫਿਰ alkyl chloride ਦੀ ਹੋਏਗੀ, ਫਿਰ ਕਿਹਦੀ ਹੋਏਗੀ, alkyl fluoride ਦੀ। ਸਭ ਤੋਂ ਘੱਟ ਕਿਹਦੀ ਹੋਏਗੀ, alkyl fluoride ਦੀ।
ਹੁਣ ਨੇਚਰ ਆਫ ਨਿਊਕਲੀਓਫਿਲਿਕ ਏਜੰਟ, ਜਿਹੜਾ ਗਰੁੱਪ ਨੇ ਜਦੋਂ ਤੁਸੀਂ ਰਿਮੂਵ ਕਰਨਾ, ਕਿਸੇ ਗਰੁੱਪ ਨੇ ਉੱਪਰ ਪਿੱਛੇ ਤੋਂ ਆ ਕੇ ਨੈਗੇਟਿਵ ਚਾਰਜ ਵਾਲੇ ਨੇ ਅਟੈਕ ਕਰਨਾ ਤਾਂ ਹੀ ਪ੍ਰੋਡਕਟ ਫਾਰਮ ਹੋਏਗਾ, ਉਹਦਾ ਨੇਚਰ ਕਿਵੇਂ ਦਾ। ਉਹ ਕਹਿੰਦੇ ਸਿੰਸ ਦ ਟ੍ਰਾਂਜੀਸ਼ਨ ਸਟੇਟ ਇਨ SN2 ਰਿਐਕਸ਼ਨ ਇਜ਼ ਫਾਰਮ ਬਾਈ ਦ ਅਟੈਕ ਆਫ ਦ ਨਿਊਕਲੀਓਫਾਈਲ, ਕਿਉਂਕਿ ट्रांजिशन स्टेट कदों बनूगी जो न्यूक्लियोफाइल आके अटैक करेगा, जो पंजवां बॉन्ड बनेगा। स्ट्रॉन्गर द न्यूक्लियोफिलिक एजेंट मोर रैपिड वुड बी SN2 रिएक्शन, जितना ज़्यादा स्ट्रॉन्ग न्यूक्लियोफाइलिक एजेंट होएगा उन्नी स्ट्रॉन्ग क्या होएगी अपनी SN2 रिएक्शन होएगी, उन्नी जल्दी होएगी सॉरी SN2 रिएक्शन। सो डिक्रीजिंग ऑर्डर ऑफ स्ट्रेंथ ऑफ द फ्यूड कॉमन न्यूक्लियोफाइल, डिक्री सब तो घट किहड़ा हुंदा जी, सब की स्ट्रेंथ होंगी है साइनाइड की, फिर RO की, फिर हाइड्रोक्सी की, फिर CH3 RCO कार्बोक्सीलेट आयन की, ठीक है, फिर सब तो ज़्यादा की होंगी है वाटर की। nature of the solvent in the reaction, the transition state is less polar than the reactant because the transition state has a negative charge dispersed over the atom। ਕਹਿੰਦੇ ਜਦੋਂ ਆਪਾਂ ਗੱਲ ਕਰਦੇ ਹਾਂ SN2 ਰਿਐਕਸ਼ਨ ਦੇ ਵਿੱਚ ਜਿਹੜੀ ਟ੍ਰਾਂਜੀਸ਼ਨ ਸਟੇਟ ਹੁੰਦੀ ਹੈ ਉਹ ਜ਼ਿਆਦਾ ਘੱਟ ਪੋਲਰ ਹੁੰਦੀ ਹੈ ਐਜ਼ ਕੰਪੇਅਰ ਟੂ ਰਿਐਕਟੈਂਟ, ਕਿਉਂਕਿ ਰਿਐਕਟੈਂਟ ਜ਼ਿਆਦਾ ਇਹਦੇ ਵਿੱਚ ਜਿਹੜਾ ਅਲਕਾਈਲ ਗਰੁੱਪ ਲੱਗਿਆ, ਅਲਕਾਈਲ ਲਾਈਟ ਲੱਗਿਆ ਹੁੰਦਾ, ਉਹਦੇ ਵਿੱਚ ਕਾਰਬਨ ਉੱਪਰ ਪੋਜ਼ਿਟਿਵ ਚਾਰਜ, ਲਾਈਟ ਦੇ ਉੱਪਰ ਨੈਗੇਟਿਵ, ਬਹੁਤ ਜ਼ਿਆਦਾ ਪੋਲਰ ਹੈ। ਬਟ ਜਿਹੜੀ ਟ੍ਰਾਂਜੀਸ਼ਨ ਸਟੇਟ ਹੁੰਦੀ ਹੈ ਪੋਲਰ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਕਿਆ ਨੈਗੇਟਿਵ ਚਾਰਜ ਪੂਰੇ ਦੇ ਪੂਰੇ ਐਟਮ ਦੇ ਉੱਪਰ ਡਿਸਪਰਸਡ ਹੋਇਆ ਹੁੰਦਾ। ਦੇਅਰਫੋਰ ਯੂਜ਼ ਆਫ ਪੋਲਰ ਸੋਲਵੈਂਟ ਹੈਲਪ ਸੋਲਵੈਂਟ ਟੂ ਰਿਐਕਟ ਮੋਰ ਸਟਰੋਂਗਲੀ, ਇਸ ਕਰਕੇ ਪੋਲਰ ਸੋਲਵੈਂਟ ਯੂਜ਼ ਕਰਨ ਦੇ ਨਾਲ ਜਿਹੜੀ ਰੇਟ ਆਫ ਰਿਐਕਸ਼ਨ ਹੈ ਉਹ ਕਿਉਂ ਇਨਕਰੀਜ਼ ਹੋ ਜਾਂਦੀ ਹੈ, ਠੀਕ ਹੈ। So as such the polarity of solar solvents slow down the rate of reaction is in the some extent। ਤਾਂ ਕਿਆ ਹੋਊਗਾ ट्रांजिशन स्टेट ਨੂੰ ਈਜ਼ੀਲੀ ਬਣਾ ਦਿੰਦੀ ਹੈ ਤੇ ਰੇਟ ਆਫ ਰਿਐਕਸ਼ਨ ਨੂੰ ਕਿਆ ਕਰ ਦਿੰਦੀ ਹੈ ਥੋੜਾ ਜਿਹਾ ਸਲੋ ਕਰ ਦਿੰਦੀ ਹੈ। ਨੈਕਸਟ ਵੀਡੀਓ 'ਚ ਆਪਾਂ ਪੜਾਂਗੇ SN1 ਮੈਕੈਨਿਜ਼ਮ। ਥੈਂਕ ਯੂ ਕਲਾਸ।